ਮਤ ਪ੍ਰਾਪਤ ਕਰਨ ਲਈ ਸਾਰੇ ਦਿਨ ਭਰ ਦੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਸੀ। ਭਾਈ ਸਾਹਿਬ ਸ਼ਬਦ ਗਾਇਨ ਕਰ ਰਹੇ ਸਨ। ਬਾਵਰੇ ਤੈਂ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ। ਕਬੀਰ ਜੀ ਦਾ ਇਹ ਪਾਵਨ ਸ਼ਬਦ ਆਓ ਇਸੇ ਸ਼ਬਦ ਸਿਧਾਂਤ ਨਾਲ ਜੁੜਨ ਦੀ ਕੋਸ਼ਿਸ਼ ਕਰੀਏ। ਆਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਕੋਈ ਰਸਨਾ ਵਾਂਝੀ ਨਾ ਰਹੇ। ਸਾਰੇ ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਨੇ ਇਸ ਪਾਵਨ ਸ਼ਬਦ ਵਿੱਚ ਜੋ ਸਮਝਾਉਣ ਦਾ ਯਤਨ ਕੀਤਾ ਹੈ ਕਿ ਹੇ ਇਨਸਾਨ, ਤੂੰ ਬਾਵਰਾ ਹੈ ਤੇ ਤੂੰ ਜੋ ਵਿਚਾਰ ਹਾਸਲ ਕੀਤੀ ਉਹ ਗਿਆਨ ਵਾਲੀ ਨਹੀਂ ਹੈ। ਤੇ ਜੇ ਗਿਆਨ ਤੈਨੂੰ ਮਿਲਿਆ ਵੀ ਹੋਵੇ ਤੇ ਤੂੰ ਉਹਦੀ ਵਿਚਾਰ ਨਹੀਂ ਕੀਤੀ। ਇਸ ਵਿੱਚ ਪਹਿਲੀ ਇੱਕ ਔਖੀ ਗੱਲ ਤੇ ਇਹ ਹੈ ਕਿ ਉਹਨਾਂ ਨੇ ਸਾਰਿਆਂ ਨੂੰ ਬਾਵਰਾ ਕਹਿ ਦਿੱਤਾ ਔਰ ਇਸ ਲਫ਼ਜ਼ ਨੂੰ ਸੁਣ ਕੇ ਬਹੁਤੇ ਫਿਰ ਇਹੀ ਸਮਝਦੇ ਹਨ ਸ਼ਾਇਦ ਮੇਰੇ ਲਈ ਨਹੀਂ ਹੈ, ਕਿਉਂਕਿ ਹਰ ਇਨਸਾਨ ਆਪਣੇ ਆਪ ਨੂੰ ਸਿਆਣਾ ਗਿਣਦਾ। ਪਰ ਬਾਣੀ ਵਿੱਚ ਮਹਾਰਾਜ ਨੇ ਇਸ ਬਚਨ ਨੂੰ ਔਰ ਇਹਦੇ ਪਰਿਆਇਵਾਚੀ ਬੜੇ ਵਾਰ ਵਰਤੇ ਨੇ। ਬਿਨ ਨਾਵੈ ਜਗ ਕਮਲਾ ਫਿਰੈ। ਬਾਵਰਾ ਬ੍ਰਿਜ ਭਾਸ਼ਾ ਦਾ ਲਫ਼ਜ਼ ਹੈ, ਕਮਲਾ ਪੰਜਾਬੀ ਦਾ ਹੀ ਹੈ। ਤੇ ਚਾਹੇ ਕਿਸੇ ਨੂੰ ਬਾਵਰਾ ਕਹਿ ਦਈਏ, ਚਾਹੇ ਕਮਲਾ ਕਹਿ ਦਈਏ, ਅਗਲਾ ਬੁਰਾ ਮੰਨਦਾ ਹੈ, ਕਿਉਂਕਿ ਹਰ ਬੰਦਾ ਇਹ ਸੋਚਦਾ ਵੀ ਮੈਂ ਤੇ ਸਿਆਣਾ ਹਾਂ, ਮੈਂ ਤੇ ਗਿਆਨਵਾਨ ਹਾਂ। ਲੇਕਿਨ ਨਾਲ ਨਾਲ ਉਹਨਾਂ ਨੇ ਸਪਸ਼ਟ ਵੀ ਕੀਤਾ ਕਿ ਤੈਂ ਗਿਆਨ ਵਿਚਾਰ ਨਾ ਪਾਇਆ, ਵੀ ਇਹ ਇਨਸਾਨ ਤੈਨੂੰ ਗਿਆਨ ਨਹੀਂ ਹੈ ਔਰ ਗਿਆਨ ਦੀ ਵਿਚਾਰ ਉਹ ਵੀ ਤੂੰ ਪ੍ਰਾਪਤ ਨਹੀਂ ਕੀਤੀ। ਗਿਆਨਵਾਨ ਦੀ ਪਰਿਭਾਸ਼ਾ ਕਿਤਾਬ ਪੜ੍ਹ ਕੇ ਨਹੀਂ ਆਉਂਦੀ। ਗਿਆਨਵਾਨ ਦੀ ਪਰਿਭਾਸ਼ਾ ਗਿਆਨ ਨੂੰ ਅਪਣਾ ਕੇ ਆਉਂਦੀ ਹੈ। ਕਹਿਣ ਨੂੰ ਤੇ ਇਨਸਾਨ ਕੋਈ ਵੀ ਕਹਿ ਸਕਦਾ ਹੈ ਕਿ ਮੈਂ ਵੀ ਪੜ੍ਹਿਆ ਹਾਂ, ਮੇਰੇ ਕੋਲ ਵੀ ਗਿਆਨ ਹੈ, ਪਰ ਜਦੋਂ ਪੜ੍ਹ ਕੇ ਉਹ ਚੀਜ਼ ਅਪਣਾਈ ਨਹੀਂ ਜਾਂਦੀ, ਪੜ੍ਹ ਕੇ ਉਸ ਚੀਜ਼ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ, ਉਦੋਂ ਤੱਕ ਮਨੁੱਖ ਅਗਿਆਨੀ ਹੀ ਕਹਿਲਾਉਂਦਾ ਹੈ, ਕਿਉਂਕਿ ਪੜ੍ਹ ਤੇ ਲਿਆ ਪਰ ਅਪਣਾਇਆ ਨਹੀਂ। ਬਸ ਇਹੀ ਕਾਰਨ ਹੈ ਕਿ ਸੰਸਾਰ ਵਿੱਚ ਜਦੋਂ ਗਿਆਨਵਾਨ ਆਪਣੇ ਆਪਸ ਵਿੱਚ ਬੈਠ ਕੇ ਚਰਚਾ ਕਰਦੇ ਨੇ ਤੇ ਉਹਦੇ ਵਿੱਚ ਉਹਨਾਂ ਨੇ ਇੱਕ ਨਿਸ਼ਾਨੀ ਲਿਖੀ ਹੈ ਵੀ ਜਦੋਂ ਚਾਰ ਬੰਦੇ ਬੈਠੇ ਨੇ, ਗਿਆਨਵਾਨ ਘੱਟ ਬੋਲਦਾ, ਅਗਿਆਨੀ ਕਹਿੰਦੇ ਨੇ ਮੈਂ ਬੋਲਦਾ, ਮੈਂ ਦੱਸਦਾ, ਮੈਨੂੰ ਪਤਾ, ਮੈਂ ਜਾਣਦਾ। ਕਿਉਂਕਿ ਗਿਆਨਵਾਨ ਜਦ ਵੀ ਬੋਲੇਗਾ ਉਹ ਜ਼ਰੂਰਤ ਉੱਤੇ ਉਤਨਾ ਹੀ, ਜਿਸ ਚੀਜ਼ ਦੀ ਜ਼ਰੂਰਤ ਹੈ, ਜਿਸ ਬਾਰੇ ਸਵਾਲ ਹੋਇਆ ਜਾਂ ਜਿਸ ਬਾਰੇ ਵਿਸ਼ਾ ਚੱਲ ਰਿਹਾ। ਅਗਿਆਨੀ ਬੰਦੇ ਲਈ ਵਿਸ਼ਾ ਮਹੱਤਵ ਨਹੀਂ ਰੱਖਦਾ, ਉਹ ਕਿਸੇ ਵੀ ਵਿਸ਼ੇ ਤੇ ਕੁਝ ਵੀ ਬੋਲ ਸਕਦਾ। ਇਸ ਲਈ ਤੁਸੀਂ ਜਦੋਂ ਕਿਤੇ ਚਰਚਾ ਕਰ ਰਹੇ ਚਾਰ ਬੰਦਿਆਂ ਵਿੱਚ ਚੁੱਪਚਾਪ ਬੈਠ ਕੇ ਵੇਖੋਗੇ, ਉਹਨਾਂ ਦੀ ਗੱਲ ਕਰਨ ਦਾ ਕੋਈ ਸਿਰਾ ਨਹੀਂ ਹੁੰਦਾ। ਕਦੇ ਰਾਜਨੀਤੀ ਦੀ, ਕਦੇ ਸਮਾਜਿਕ, ਕਦੇ ਪਰਿਵਾਰਕ, ਕਦੇ ਬਿਜ਼ਨਸ ਦੀ, ਕਦੇ ਕਿਸੇ ਚੀਜ਼ ਦੀ, ਕਦੇ ਦੇਸ਼ਾਂ ਦੀ, ਕਦੇ ਵਿਦੇਸ਼ਾਂ ਦੀ, ਕਦੇ ਪਿੰਡਾਂ ਦੀ, ਕਦੇ ਸ਼ਹਿਰਾਂ ਦੀ, ਹਰ ਚੀਜ਼ ਦੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਨੇ। ਪਰ ਜਦੋਂ ਗਿਆਨਵਾਨ ਚਰਚਾ ਕਰੇਗਾ ਉਹ ਕਿਸੇ ਇੱਕ ਟੌਪਿਕ ਤੇ ਰਹੇਗਾ। ਉਹ ਜੇ ਘਰ ਦੀ ਗੱਲ ਕਰ ਰਹੇ ਨੇ ਤੇ ਉਸ ਨੂੰ ਫਿਰ ਸਿਰੇ ਤੱਕ ਰੱਖਣਗੇ, ਮਸਲੇ ਦਾ ਹੱਲ ਕਰਨਗੇ, ਜੋ ਸਮੱਸਿਆਵਾਂ ਨੇ ਉਹਦੀ ਪਹਿਚਾਣ ਕਰਕੇ ਉਹਦਾ ਹੱਲ ਲੱਭ ਕੇ ਫਿਰ ਚਰਚਾ ਖਤਮ ਕਰਦੇ ਨੇ। ਜੋ ਅਗਿਆਨਤਾ ਵਿੱਚ ਹੈ ਉਹਦੀ ਪਰਿਭਾਸ਼ਾ ਹੀ ਇਹ ਹੈ, ਉਹਨੇ ਕਿਸੇ ਵੀ ਵਿਸ਼ੇ ਨੂੰ ਲੈ ਕੇ ਗੱਲ ਛੇੜ ਲੈਣੀ ਹੈ। ਧਰਮ ਦੇ ਵਿੱਚ ਗਿਆਨ ਔਰ ਅਗਿਆਨ ਇਸ ਗੱਲ ਦੀ ਪ੍ਰੋੜਤਾ ਕਰਦਾ, ਪਰਪੱਕਤਾ ਰੱਖਦਾ ਕਿ ਜਿਹੜਾ ਧਾਰਮਿਕ ਤੌਰ ਤੇ ਗਿਆਨਵਾਨ ਹੈ ਉਹ ਕੇਵਲ ਪਰਮਾਤਮਾ ਦੀ ਗੱਲ ਕਰਦਾ, ਤੇ ਰੱਬ ਦੀ ਗੱਲ ਕਰਨ ਵਾਲਾ ਹੀ ਅਸਲ ਵਿੱਚ ਧਾਰਮਿਕ ਕਿਹਾ ਜਾਂਦਾ ਹੈ। ਇਸ ਲਈ ਮਹਾਰਾਜ ਨੇ ਇਹ ਬਚਨ ਫਰਮਾਇਆ, ਬਾਵਰੇ ਤੈਂ ਗਿਆਨ ਵਿਚਾਰ ਨਾ ਪਾਇਆ।
ਹੁਣ ਜਿੰਨਾ ਕੁ ਅਸੀਂ ਪ੍ਰਮਾਤਮਾ ਨੂੰ ਜਾਣਦੇ ਹਾਂ, ਗੁਰੂ ਨੂੰ ਕਿੰਨਾ ਕੁ ਜਾਣਦੇ ਹਾਂ, ਧਰਮ ਨੂੰ ਕਿੰਨਾ ਕੁ ਜਾਣਦੇ ਹਾਂ, ਇਸ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਕਿੰਨੇ ਕੁ ਧਾਰਮਿਕ ਹਾਂ ਔਰ ਕਿੰਨਾ ਗਿਆਨ ਹੈ। ਤੇ ਜਿਨ੍ਹਾਂ ਕੋਲ ਗਿਆਨ ਹੈ ਉਹ ਉਸ ਨੂੰ ਆਪਣੇ ਜੀਵਨ ਵਿੱਚ ਕਿੰਨਾ ਕੁ ਅਪਣਾ ਚੁੱਕੇ ਨੇ। ਜਿਵੇਂ ਇਨਸਾਨ ਪੜ੍ਹਤੇ ਲਏ ਕਿ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਇੱਕ ਗਿਆਨ ਦੀ ਗੱਲ ਹੈ। ਪਰ ਜਿਹਨੇ ਸੇਵਾ ਕਰਕੇ ਨਹੀਂ ਵੇਖੀ ਉਹ ਇਸ ਗਿਆਨ ਦੀ ਗੱਲ ਨੂੰ ਕਿੰਨਾ ਕੁ ਸਮਝ ਸਕਦਾ ਹੈ ਔਰ ਇਸ ਬਾਰੇ ਉਹਨੂੰ ਕਿੰਨਾ ਕੁ ਗਿਆਨ ਹੋ ਸਕਦਾ ਹੈ। ਤੇ ਜੇ ਗਿਆਨ ਦੀ ਗੱਲ ਜੀਵਨ ਵਿੱਚ ਅਪਣਾਈ ਨਾ ਜਾਵੇ ਤੇ ਫਿਰ ਕਬੀਰ ਸਾਹਿਬ ਨੇ ਤੇ ਅਗਲੀ ਗੱਲ ਇਹ ਲਿਖੀ ਨਾ ਵੀ ਬਿਰਥਾ ਜਨਮ ਗਵਾਇਆ। ਅਗਰ ਗਿਆਨ ਅਪਣਾਇਆ ਹੀ ਨਹੀਂ ਤੇ ਫਿਰ ਤੇ ਸਾਰੇ ਦਾ ਸਾਰਾ ਜੀਵਨ ਵਿਅਰਥ ਹੋ ਗਿਆ ਨਾ। ਤੇ ਵਿਅਰਥ ਹੋਣ ਦਾ ਮਤਲਬ ਹੈ ਜਿਹਦਾ ਅਰਥ ਕੋਈ ਨਹੀਂ, ਜਿਹਦੀ ਕੀਮਤ ਕੋਈ ਨਹੀਂ, ਜਿਹਦਾ ਮੁੱਲ ਕੋਈ ਨਹੀਂ। ਜ਼ਿੰਦਗੀ ਪਰ ਯਤਨ ਕੀਤਾ ਹੋਵੇ ਕੁਝ ਹਾਸਲ ਕਰ ਲਈਏ, ਪਰ ਅਖੀਰ ਨੂੰ ਪਤਾ ਲੱਗੇ ਵੀ ਜੋ ਇਕੱਠਾ ਕੀਤਾ, ਜੋ ਗਿਆਨ ਹਾਸਲ ਕੀਤਾ ਹੈ, ਉਹਦਾ ਤੇ ਇੱਥੇ ਕੁਝ ਕੰਮ ਹੀ ਨਹੀਂ ਹੈ। ਇਹ ਠੀਕ ਇਸੇ ਪ੍ਰਕਾਰ ਦਾ ਹੈ ਜਿਵੇਂ ਕਿਤੇ ਇਨਸਾਨ ਕੋਈ ਰਹਿੰਦਾ ਹੋਵੇ ਉੱਤਰੀ ਭਾਰਤ ਵਿੱਚ ਤੇ ਉਹ ਬੀਟੈਕ ਕਰ ਲੈ, ਉਹ ਵੀ ਜਾਵਾ ਤੋਂ। .NET ਲੈਂਗੁਏਜ ਹੈ, ਜਾਵਾ ਹੈ, ਉਹਦੇ ਚੋਂ ਕਰ ਲਿਆ, ਉਹਦਾ ਕੰਮ ਹੈ ਸਾਊਥ ਵਿੱਚ ਜਾਂ ਵਿਦੇਸ਼ ਵਿੱਚ। ਇੱਥੇ ਉਹਦਾ ਕੋਈ ਕੰਮ ਹੀ ਨਹੀਂ ਹੈ IT ਕੰਪਨੀਆਂ 'ਚ। ਹੁਣ ਬੰਦਾ ਸਭ ਕੁਝ ਕਰਕੇ ਵੇਖਦਾ, ਅੱਛਾ ਬੈਂਗਲੋਰ ਜਾਣਾ ਪੈਣਾ ਤੇ ਘਰ ਤੋਂ ਦੂਰ ਬੜਾ, ਤੇ ਘਰ ਦੇ ਕਹਿੰਦੇ ਕੋਈ ਗੱਲ ਨਹੀਂ, ਤੂੰ ਇੱਥੇ ਕੋਈ ਛੋਟੀ ਮੋਟੀ ਨੌਕਰੀ ਵੇਖ ਲੈ। ਹੁਣ ਬੀਟੈਕ ਕਰਕੇ ਕੋਈ ਬੈਂਕ 'ਚ ਲੱਗ ਜਾਂਦਾ, ਕੋਈ ਕਿਤੇ ਲੱਗ ਜਾਂਦਾ, ਕੋਈ ਕਿਤੇ ਲੱਗ ਜਾਂਦਾ। ਕੀਤਾ ਬੀਟੈਕ, IT ਦਾ ਕੰਮ ਕੀਤਾ, ਕੈਸ਼ ਵਾਲਾ ਕੰਮ ਫੜ ਲੈਂਦੇ। ਉਹ ਜਿਹੜਾ ਪੜ੍ਹਿਆ ਹੈ ਇਤਨਾ ਕੁਝ, ਉਹ ਸਾਰੇ ਦਾ ਸਾਰਾ ਫਿਰ ਵਿਅਰਥ ਹੋਣ ਉਸ ਤੋਂ ਬਾਅਦ ਉਹ ਵੀ ਭੁੱਲ ਜਾਂਦਾ ਚੰਦ ਸਾਲਾਂ 'ਚ। ਇਨਸਾਨ ਜਿਸ ਵੇਲੇ ਇਸ ਪ੍ਰਕਾਰ ਦੇ ਗਿਆਨ ਨੂੰ, ਜਿਸ ਤਰ੍ਹਾਂ ਦਾ ਗਿਆਨ ਲਿਆ, ਅਗਰ ਉਸੇ ਨੂੰ ਅਮਲ ਵਿੱਚ ਲਿਆਣਾ ਹੈ ਤੇ ਫਿਰ ਉਹਨੂੰ ਅਪਣਾਉਣਾ ਪੈਂਦਾ ਹੈ। ਉਹ ਜਦੋਂ ਤੱਕ ਅਪਣਾਇਆ ਨਹੀਂ ਜਾਂਦਾ ਉਸ ਵਕਤ ਤੱਕ ਸਾਰਾ ਵਿਅਰਥ ਰਹਿੰਦਾ ਹੈ। ਇਸ ਲਈ ਸਤਿਗੁਰ ਪਾਤਸ਼ਾਹ ਜੀ ਨੇ ਗਿਆਨ ਨੂੰ ਧਰਮ ਦੇ ਆਧਾਰ ਦੇ ਉੱਤੇ ਹੀ ਰੱਖਿਆ। ਮਨੁੱਖ 60 ਦੀ ਅਵਸਥਾ ਤੱਕ ਪਹੁੰਚ ਜਾਏ ਔਰ ਗਿਆਨ ਦੀ ਕਿਤਾਬ ਪੜ੍ਹ ਲਵੇ, ਤੀਰਥ ਯਾਤਰਾਵਾਂ ਵਾਲੀ 68 ਤੀਰਥਾਂ ਦੀ ਕਿਤਾਬ ਚੁੱਕ ਲੈ, ਸਾਰੇ ਪੜ੍ਹ ਲਏਗਾ, ਲੇਕਿਨ ਵੇਖੇਗਾ ਵੀ ਤੀਰਥ ਤੇ ਪਹਾੜਾਂ ਤੇ ਨੇ, ਹੁਣ ਜਾਵੇ ਕਿਵੇਂ? ਇੱਕ ਸਮੇਂ ਸਿਰ ਗਿਆਨ ਨਹੀਂ ਲਿਆ। ਉਹ ਗਿਆਨ ਦੀ ਕਿਤਾਬ ਜੋ ਤੀਰਥਾਂ ਵਾਲੀ ਸੀ ਉਹ 30 ਦੀ ਉਮਰ ਵਿੱਚ ਚੁੱਕਦਾ, 40 ਦੀ ਉਮਰ 'ਚ ਚੁੱਕ ਲੈਂਦਾ, ਜਦੋਂ ਸਿਹਤ ਠੀਕ ਸੀ ਉਦੋਂ ਚੁੱਕਦਾ। ਹੁਣ ਉਹ ਕਿਤਾਬ ਉਦੋਂ ਚੁੱਕੀ ਜਦ ਗੋਡੇ ਜਵਾਬ ਦੇ ਗਏ, ਹੁਣ ਪਹਾੜਾਂ ਤੇ ਕੌਣ ਚੜੇ? ਗਿਆਨ ਤੇ ਲੈ ਲਿਆ, ਅਪਣਾਇਆ ਨਹੀਂ ਜਾ ਸਕਦਾ, ਫਿਰ ਮੁਸ਼ਕਿਲ ਹੋ ਗਈ। ਇਸ ਲਈ ਕਬੀਰ ਜੀ ਨੇ ਐਵੇਂ ਨਹੀਂ ਕਹਿ ਦਿੱਤਾ ਵੀ ਬਾਬਰੇ ਤੈਂ ਗਿਆਨ ਵਿਚਾਰ ਨਾ ਪਾਇਆ, ਵੀ ਹੇ ਬਾਬਰੇ ਇਨਸਾਨ ਤੂੰ ਬਾਬਰਾ ਇਸ ਲਈ ਹੈ, ਗਿਆਨ ਤੇ ਹੈ ਪਰ ਉਹਦੀ ਵਿਚਾਰ ਤੂੰ ਅਪਣਾ ਨਹੀਂ ਸਕਦਾ, ਨਾ ਅਪਣਾਈ ਹੈ। ਅਵਸਥਾ ਤੇਰੀ ਉਹ ਆ ਗਈ ਹੈ ਜਿਸ ਵਿੱਚ ਗਿਆਨ ਨੂੰ ਜੀਵਨ ਵਿੱਚ ਅਪਣਾਉਣ ਲੱਗਿਆਂ ਕਠਿਨਾਈ ਪੇਸ਼ ਆਉਂਦੀ ਹੈ, ਤੇ ਜਦੋਂ ਗਿਆਨ ਅਪਣਾਇਆ ਨਹੀਂ ਜਾ ਸਕਦਾ ਫਿਰ ਬੜਾ ਮੁਸ਼ਕਿਲ ਹੈ। ਇੱਕ ਵਿਗਿਆਨੀ ਦੀ ਹਿਸਟਰੀ ਪੜ੍ਹੀ ਹੈ, ਉਹਨੇ ਬੰਬ ਬਣਾਇਆ, ਬੜੇ ਦਿਨ ਤੱਕ ਪ੍ਰਯੋਗਸ਼ਾਲਾ ਵਿੱਚ ਲੱਗਾ ਰਿਹਾ, ਨਾ ਬੱਚਿਆਂ ਨਾਲ ਗੱਲ ਕੀਤੀ, ਨਾ ਘਰਵਾਲੀ ਨਾਲ ਗੱਲ ਕੀਤੀ, ਨਾ ਰਿਸ਼ਤੇਦਾਰਾਂ ਨੂੰ ਮਿਲਿਆ। ਅਚਾਨਕ ਤੋਂ ਜਿਸ ਵੇਲੇ ਪ੍ਰਯੋਗ ਸਫਲ ਹੋ ਗਿਆ ਤੇ ਘਰ ਆ ਕੇ ਬੜੀ ਖੁਸ਼ੀ ਨਾਲ ਕਹਿੰਦਾ ਵੀ ਮੈਂ ਕਾਮਯਾਬ ਹੋ ਗਿਆ, ਮੈਂ ਕਾਮਯਾਬ ਹੋ ਗਿਆ, ਇਤਨੇ ਸਾਲ ਤੋਂ ਲੱਗਾ ਸੀ, ਉਹ ਬੰਬ ਮੈਂ ਬਣਾ ਲਿਆ। ਉਹਦਾ 7-8 ਸਾਲ ਦਾ ਬੇਟਾ ਘਰੇ ਘੁੰਮ ਰਿਹਾ ਸੀ, ਆਂਦਿਆਂ ਸਾਰ ਕਹਿੰਦਾ ਪਾਪਾ ਮੈਨੂੰ ਫੋੜ ਕੇ ਵਿਖਾ। ਉਹ ਹੱਕਾ ਬੱਕਾ ਰਹਿ ਗਿਆ, ਕਹਿੰਦਾ ਮੇਰੇ ਸਾਹਮਣੇ ਚਲਾ, ਮੇਰੇ ਤੇ ਬੰਬ ਬਣਾਇਆ, ਚਲਾ ਹੁਣ। ਉਹ ਵਿਚਾਰਾ ਪਰੇਸ਼ਾਨ, ਉਹ ਬੱਚੇ ਨੂੰ ਕੀ ਸਮਝਾਏ? ਕਹਿੰਦੇ ਬਾਬਾ ਜਿਹੜੀ ਚੀਜ਼ ਬਣਾਈ ਹੈ ਫਟਾਫਟ ਮੈਨੂੰ ਚਲਾ ਕੇ ਵਿਖਾਓ। ਉਹ ਹੁਣ ਘਰ ਵਾਲੀ ਤੇ ਸਮਝ ਰਹੀ ਹੈ ਵੀ ਬੰਬ ਬਣਾ ਲਿਆ, ਜਿੱਥੇ ਵੀ ਫਟੇਗਾ ਤਬਾਹੀ ਮਚਾ ਦੇਗਾ। ਕਹਿੰਦਾ ਪਾਪਾ ਤਬਾਹੀ ਮਚਾ ਕੇ ਵਿਖਾਓ। ਹੁਣ ਉਹ ਘਰੇ ਕਿਵੇਂ ਤਬਾਹੀ ਮਚਾਏ?
ਉਹਨੇ ਉਸ ਗੱਲ ਦੀ ਪਰੇਸ਼ਾਨੀ ਕਹਿੰਦੇ ਹਾਸਲ ਤੇ ਕੀਤਾ, ਗਿਆਨ ਤੇ ਹੈ, ਬੜਾ ਕੁਝ ਖੱਟ ਲਿਆ, ਪਰ ਉਹ ਹੁਣ ਆਪਣਿਆਂ ਨੂੰ ਨਹੀਂ ਦਿਖਾ ਸਕਦਾ। ਇਸ ਗਿਆਨ ਦੀ ਹੁਣ ਦਿਸ਼ਾ ਵੱਖਰੀ ਹੈ। ਇਸ ਲਈ ਗਿਆਨ ਹੋਣਾ ਔਰ ਕਿਸ ਪ੍ਰਕਾਰ ਦਾ ਗਿਆਨ ਹੋਣਾ, ਔਰ ਫਿਰ ਗਿਆਨ ਹਾਸਲ ਕਰਨ ਤੋਂ ਬਾਅਦ ਉਹ ਗਿਆਨ ਦੇਣਾ ਕਿਹਨੂੰ ਹੈ। ਹੁਣ ਬੰਬ ਬਣਾਉਣ ਵਾਲਾ ਮਿੱਤਰਾਂ ਉੱਤੇ ਤੇ ਨਹੀਂ ਫੋੜੇਗਾ, ਘਰ ਪਰਿਵਾਰ ਵਿੱਚ ਤੇ ਨਹੀਂ ਬੰਬ ਚਲਾਏਗਾ, ਉਹ ਤੇ ਦੁਸ਼ਮਣਾਂ ਵਾਸਤੇ ਕੀਤਾ, ਉਹ ਸਿਕਿਉਰਿਟੀ ਵਾਸਤੇ ਕੀਤਾ, ਉਹ ਦੇਸ਼ ਦੀ ਆਂਤਰਿਕ ਜਾਂ ਬਾਹਰੀ ਸੀਮਾ ਸੁਰੱਖਿਆ ਵਾਸਤੇ ਕੀਤਾ। ਤੇ ਹੁਣ ਉਹ ਭੋਲਾ ਜਿਹਾ ਬੱਚਾ ਹੈ, ਉਹਦੇ ਲਈ ਤੇ ਗਿਆਨ ਇੱਕ ਖੇਡ ਹੈ, ਉਸ ਨੂੰ ਸਿਰਫ ਖੇਡਣ ਦਾ ਗਿਆਨ ਚਾਹੀਦਾ, ਲੇਕਿਨ ਦੱਸ ਬੈਠਾ ਉਸ ਪਾਸੇ। ਇਸ ਲਈ ਗਿਆਨ ਦੀ ਦਿਸ਼ਾ ਦਾ ਸਹੀ ਹੋਣਾ, ਗਿਆਨ ਕਿਸ ਉਮਰ ਵਿੱਚ ਆਇਆ ਇਹ ਵੀ ਪਤਾ ਹੋਵੇ, ਗਿਆਨ ਕਿਸ ਤਰ੍ਹਾਂ ਅਪਣਾਇਆ ਜਾਣਾ ਇਹ ਵੀ ਪਤਾ ਹੋਵੇ, ਗਿਆਨ ਨੂੰ ਕਿਵੇਂ ਹਾਸਲ ਕਰਕੇ ਉਸ ਦਾ ਲਾਭ ਕਿਵੇਂ ਲੈਣਾ ਇਹ ਵੀ ਪਤਾ ਹੋਵੇ। ਤੇ ਇਸ ਪੱਖ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਕਮਾਲ ਦਾ ਬਚਨ ਹੈ। ਕਹਿੰਦੇ ਨੇ ਕਿਸੇ ਨੇ ਕੱਪੜੇ ਦਾ ਬਿਜ਼ਨਸ ਕਰਨਾ ਸਿੱਖਿਆ ਔਰ ਸਭ ਤੋਂ ਪਹਿਲੀ ਫੇਰੀ, ਪੁਰਾਣੇ ਸਮੇਂ ਫੇਰੀ ਲਾ ਕੇ ਵਪਾਰ ਕਰਿਆ ਕਰਦੇ ਸਨ। ਤੇ ਬੈਲ ਗਾੜੀ ਲੱਦ ਲਈ, ਕੱਪੜੇ ਲੱਦ ਲਏ ਤਰ੍ਹਾਂ ਤਰ੍ਹਾਂ ਦੇ। ਜਿਹੜੇ ਸ਼ਹਿਰ ਵਿੱਚ ਪਹੁੰਚਾ ਉੱਥੇ ਰਹਿੰਦੇ ਸਨ ਦਿਗੰਬਰ। ਦਿਗ ਅੰਬਰ ਕੱਪੜੇ ਨੂੰ ਕਹਿੰਦੇ ਨੇ, ਦਿਗ ਤਿਆਗਣ ਵਾਲੇ। ਜੈਨ ਮੁਨੀ ਨਹੀਂ ਪਾਉਂਦੇ ਕੱਪੜੇ। ਇਹ ਮੈਂ ਨਹੀਂ ਕਹਿ ਰਿਹਾ, ਭਾਈ ਗੁਰਦਾਸ ਜੀ ਨੇ ਲਿਖਿਆ, ਉਹਨਾਂ ਨੇ ਬਚਨ, ਕਹਿੰਦੇ ਅੰਬਰ ਵੇਚਣ ਜਾਈਐ ਦੇਸ ਦਿਗੰਬਰਨ ਕੇ। ਕੱਪੜਾ ਵੇਚਣ ਚਲਾ ਜਾਏ ਇਨਸਾਨ, ਉਹ ਵੀ ਦਿਗੰਬਰਾਂ ਦੇ ਸ਼ਹਿਰ ਵਿੱਚ, ਤੇ ਉੱਥੇ ਕਿਸੇ ਨੇ ਖਰੀਦਣਾ, ਜਦ ਪਾਉਣਾ ਹੀ ਨਹੀਂ ਹੈ ਤੇ ਕੋਈ ਕੱਪੜਾ ਕੀ ਖਰੀਦੇਗਾ। ਹੁਣ ਪਤਾ ਤੇ ਕਰ ਲਿਆ ਵੀ ਬਿਜ਼ਨਸ ਮਿਲੇਗਾ, ਸਮਾਨ ਕਿੱਥੋਂ ਕਿਵੇਂ ਲਿਜਾਣਾ ਹੈ, ਕੀ ਰੇਟ ਖਰੀਦਿਆ, ਕਿਸ ਰੇਟ ਵੇਚਣਾ, ਸਭ ਕੁਝ ਸਭ ਆਉਂਦਾ ਹੈ, ਸਾਰਾ ਗਿਆਨ ਹੈ, ਸਾਰੀ ਬਾਰੀਕੀਆਂ ਦਾ ਪਤਾ ਹੈ। ਪਰ ਜਦੋਂ ਇਨਸਾਨ ਨੇ ਵੇਖਿਆ ਵੀ ਹੁਣ ਭਾਈ ਗੁਰਦਾਸ ਜੀ ਕਹਿੰਦੇ ਨੇ, ਫਿਰ ਹੁਣ ਤੇ ਲਾਭ ਨੇ ਪ੍ਰਾਪਤ ਹੋਏ ਸਹਿਸਾ ਹੈ ਮੂਲ ਕੋ, ਵੀ ਲਾਭ ਤੇ ਮਿਲਣਾ ਕੋਈ ਨਹੀਂ, ਉਹ ਮੂਲ ਜਿਹੜਾ ਹੈ ਉਹ ਖਰਚਿਆ ਉਹ ਵੀ ਜਾ ਸਕਦਾ ਹੈ, ਉਹਦਾ ਵੀ ਖਤਰਾ ਹੈ। ਇਸ ਲਈ ਗਿਆਨ ਹਾਸਲ ਹੋਣਾ ਔਰ ਉਸ ਗਿਆਨ ਨੂੰ ਫਿਰ ਕਿੱਥੇ ਅਪਲਾਈ ਕਰਨਾ, ਕਿੱਥੇ ਉਹਨੂੰ ਅਪਣਾਇਆ ਜਾਣਾ, ਇਹ ਵੀ ਬੜਾ ਜ਼ਰੂਰੀ ਹੈ। ਇਸ ਲਈ ਕਬੀਰ ਸਾਹਿਬ ਨੇ ਕਹਿ ਦਿੱਤਾ, ਹੇ ਭਾਈ ਤੂੰ ਗਿਆਨਵਾਨ ਤੇ ਹੈ, ਪਰ ਗਿਆਨਵਾਨ ਹੋ ਕੇ ਵੀ ਬਾਵਰਾ ਹੈ, ਕਿਉਂਕਿ ਤੇਰੇ ਕੰਮ ਨਹੀਂ ਆਇਆ, ਉਹ ਗਿਆਨ ਤੇਰੇ ਹੀ ਲਾਭ ਦਾ ਨਹੀਂ ਹੈ। ਇਹ ਤੇ ਉਹੀ ਗੱਲ ਹੋ ਗਈ ਵੀ ਕਿਸੇ ਬਹੁਤ ਅੱਛੇ ਸ਼ੈਫ ਦਾ ਪੇਟ ਖਰਾਬ ਹੋ ਜਾਏ, ਹੁਣ ਉਹ ਬਣਾ ਸਭ ਕੁਝ ਸਕਦਾ, ਖਾ ਕੁਝ ਵੀ ਨਹੀਂ ਸਕਦਾ, ਕਿਉਂਕਿ ਆਪਣਾ ਹੀ ਪੇਟ ਖਰਾਬ ਹੈ, ਆਪਣਾ ਹੀ ਹਾਜ਼ਮਾ ਖਰਾਬ ਹੋਇਆ ਪਿਆ, ਜੋ ਵੀ ਖਾਏਗਾ ਹਜ਼ਮ ਹੋਣਾ ਨਹੀਂ ਹੈ, ਬਿਮਾਰ ਪੈ ਜਾਣਾ। ਬਣਾਉਣ ਨੂੰ ਸਭ ਕੁਝ ਬਣਾਏਗਾ, ਲੇਕਿਨ ਵਿਚਾਰਾ ਸਭ ਕੁਝ ਬਣਾ ਕੇ ਦੂਸਰਿਆਂ ਨੂੰ ਹੀ ਪਰੋਸੇਗਾ, ਕਿਉਂਕਿ ਆਪਣੇ ਕਿਸੇ ਕੰਮ ਦਾ ਨਹੀਂ, ਆਪ ਉਹਨੇ ਕੀ ਕਰਨਾ। ਆਪ ਖਾਧਾ ਤੇ ਬਿਮਾਰ ਪੈ ਗਿਆ। ਜਦੋਂ ਇਹੋ ਜੀ ਹਾਲਤ ਹੋ ਜਾਏ, ਉਸ ਵਕਤ ਫਿਰ ਕਬੀਰ ਸਾਹਿਬ ਦੇ ਇਹ ਬਚਨ ਨੇ ਜੋ ਫਰਮਾ ਰਹੇ ਨੇ, ਜੋ ਭਾਈ ਸਾਹਿਬ ਗਾਇਨ ਕਰ ਰਹੇ ਸਨ, ਬਾਵਰੇ ਤੈਂ ਗਿਆਨ ਵਿਚਾਰ ਨਾ ਪਾਇਆ, ਮਿਰਥਾ ਜਨਮ ਗਵਾਇਆ। ਸਾਰਾ ਜੀਵਨ ਐਵੇਂ ਵਿਅਰਥ ਗਵਾ ਲਿਆ, ਗਿਆਨ ਹਾਸਲ ਨਹੀਂ ਕੀਤਾ। ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਜੋ ਗਿਆਨ ਹਾਸਲ ਕਰਦੇ ਹਾਂ ਉਹਨੂੰ ਅਪਣਾਉਣਾ ਪੈਂਦਾ। ਹੁਣ ਇਸ ਸ਼ਬਦ ਦੀ ਇਹ ਹੈ ਰਹਾਉ ਦੀ ਪੰਕਤੀ, ਤੇ ਇਸੇ ਸ਼ਬਦ ਦਾ ਫਿਰ ਜੋ ਪਹਿਲਾ ਬਚਨ ਹੈ ਉਹ ਹੈ ਥਾਕੇ ਨੈਣ ਸ਼ਰਵਣ ਸੁਨ ਥਾਕੇ, ਥਾਕੀ ਸੁੰਦਰ ਕਾਇਆ। ਕਹਿੰਦੇ ਅੱਖਾਂ ਦੁਨੀਆ ਦੇ ਰਾਗ ਰੰਗ ਵੇਖ ਵੇਖ ਥੱਕ ਗਈਆਂ, ਭਾਵ ਨਜ਼ਰ ਘਟਣੀ ਸ਼ੁਰੂ ਹੋ ਗਈ। ਤੇ ਹੁਣ ਨਜ਼ਰਾਂ ਬਾਰੇ ਮਹਾਰਾਜ ਕੀ ਕਹਿੰਦੇ ਨੇ, ਇਹ ਨੇਤਰੋ ਮੇਰੇ ਹੋ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਵੀ ਪ੍ਰਮਾਤਮਾ ਨੂੰ ਦੇਖਣਾ ਹੈ, ਇਹਨਾਂ ਅੱਖਾਂ ਦਾ ਪ੍ਰਾਪਤ ਹੋਣਾ ਸਿਰਫ ਇਸ ਵਾਸਤੇ ਨਹੀਂ ਹੈ ਕਿ ਦੁਨੀਆ ਨੂੰ ਵੇਖਣ ਆਏ ਹਾਂ, ਦੁਨੀਆ ਦੇ ਰਾਗ ਰੰਗ ਵੇਖਣ ਆਏ ਹਾਂ, ਉਹ ਤੇ ਦੇਖ ਹੀ ਲੈਣੇ ਨੇ, ਪਰ ਇਹਨਾਂ ਅੱਖਾਂ ਨਾਲ ਦੁਨੀਆ ਦੇਖਦੇ ਦੇਖਦੇ ਉਸ ਪ੍ਰਮਾਤਮਾ ਨੂੰ ਭੁਲਾ ਦਈਏ, ਉਹਨੂੰ ਦੇਖੀਏ ਹੀ ਨਾ, ਉਹਦੇ ਦੇਖਣ ਦੀ ਇੱਛਾ ਹੀ ਪੈਦਾ ਨਾ ਹੋਵੇ। ਅੱਖਾਂ ਥੱਕ ਗਈਆਂ,
दिखना बंद हो रहा, नज़र नहीं आउंदा, थोड़े दिन तक कुछ चीज़ां नाल सहारा लैके काम चल सकता है, पर जदों दिखना बंद हो जाए फिर इंसान कहे कि जी हुण परमात्मा के दर्शन करने हैं, ये तो बड़ा औखा है। और इस गल की कीमत कोई बाबा फरीद साहब जी नूं पुछ सकता है। वो कहते ने भी कागा करंग ढंडोलिया सगला खाया मास, ए दोए नैना मत छूहो फिर देखन की आस। वो कहते ने शरीर सारा भावें फना हो जाए, जर जर हो जाए, पर ये अखां ना खराब होवन। वो कां नूं भी कहते हैं भी तू इन्हां नूं ना कुछ कमी, मैं परमात्मा वेखना, इन्हां अखां नाल जे उस परमात्मा दे दीदार करने हैं। साडियां अखां विच जदों उस परमात्मा नूं वेखण दी कोई ऐसी लगन पैदा होएगी, ऐसी प्रेम भावना पैदा होएगी, फिर असल विच इन्हां अखां दे प्राप्त होण दा कुछ लाभ। इसलिए संसार दे व्यक्ति जो भी फैसला अपने जीवन के संबंध विच लैंदे हन, उन्हां सबना दे लई ਉਹਦੇ 'ਚ ਸਰਵੋਤਮ फैसला यही ਹੁੰਦਾ है कि इंसान किस समय किस काम ਨੂੰ अपने जीवन ਵਿੱਚ अपनाउणा चाह रहा है। इसलिए गुरु महाराज ने फरमाया है कि थाके नैन श्रवण सुन थाके। अखां भी संसार के राग रंग वेखदियां थक गईयां, ਕੰਨ भी थक गए। हालांकि ਕੰਨ इंसान ਦੇ थकते नहीं, कुछ ना कुछ सुनता रहिंदा है, पर एक वक्त ऐसा आ जाता है भी उच्चा सुनन लग पैंदा है। दुनिया दीयां चीज़ां सुनदियां सुनदियां ਕੰਨਾਂ ਦੀ सुनन शक्ति घट जाती है, तो फिर सब नूं ही भी थोड़ा उच्चा बोली। हुण जदों तक ਕੰਨ सुन रहे ने उदों तक कोई गुरु का शब्द सुन ले, कोई कीर्तन सुन ले, कोई विचार सुन ले, परमात्मा की भी तो गल सुननी बनती है। पर बंदा सुनन नालों कहण विच ज़्यादा दिलचस्पी रखता है। जितना वर्चस्व जिहदा बन जाता है, जितनी ताकत या रुतबा बन जाता है, उन्ना इंसान बोलना शुरू कर देंदा है, सुनना घट। तो जद कि सुन के ही पार उतारा है, सुनना ही मनुख के जीवन लिए लाभकारी है। दुनिया ने यतन कीते हन, पर बोल के सियाणप जाहिर होंदी है, बोल के रुतबा बनता है, बोल के चार बंदियां च सिफत होंदी है। इस करके मनुख नूं बोलना बेहतर लगता है। पर महाराज कहते ने जे परमात्मा की खुशी लैनी है फिर सुनना ज़्यादा बेहतर है। और इस चीज़ नूं इत्थों समझ सकते हैं। बाणी विच महाराज ने एक बचन लिखिया, आयो सुनन पढ़न को बाणी। ਇਹਦੇ 'ਚ भी सुनना पहलों है भी हे इंसान, अगर तू इस संसार विच आया है तो बाणी सुनन लई आया है, बाणी पढ़न वास्ते आया है। दुनिया विच आने का मकसद सुनना है। जदों संसार विच इंसान कदम रखता है, दुनिया विच आया गिणिया जाता है, जिसनों जन्मदिन कहते हैं, जिस दिन इंसान जमदा है। ਇਹਦੇ ਕੰਨ ही पूरी तरह काम कर रहे होंदे ने, अखां नहीं। अखां 3 ਕੁ महीने लगा दिंदियां ने पूरा सब कुछ वेखण च, पर सुनदा है, सुंघ भी लैंदा है, नासिका भी पूरा काम करदी है। सुनना मनुख दी वो प्रवृत्ति है जिहड़ी बहुत तेज़ी नाल काम करदी है। कई बार किसी दे नेत्र भी ना होण, सिर्फ ਕੰਨ ही काम करदे होण, तां भी बंदा विकास कर जांदा है। जिवें बहुत सारे नेत्रहीन कलाकार जिहड़े ने वो संगीत सुन के अपनी सारी जिंदगी बिता लैंदे ने। सुनना इन्नी वड्डी, देखण नालों सुनना ज़्यादा वड्डी कला है। अगर कोई देख सकता है पर सुन नहीं सकता, उसका विकास नहीं होता, क्योंकि सिर्फ देख रहा है पर सुनेगा नहीं तो समझ नहीं सकता। और बिना सुनिया समझ नहीं आया, जे समझ नहीं आया तो अपना नहीं सकते, ਉਹਦਾ लाभ नहीं उठा सकते। ज्ञान सुनन का विषय। असीं चाहे क्लास विच बैठीए, चाहे टीचर पढ़ाए, चाहे प्रोफैसर पढ़ाए, जे सुनिया नहीं तो लाभ नहीं है। एक गाथा मैनूं चेते आ गई।
ਪੁਰਾਤਨ ਗ੍ਰੰਥਾਂ ਦੇ ਵਿੱਚ ਲਿਖੀ। ਕਹਿੰਦੇ ਇੱਕ ਚੋਰ ਉਹ ਛੋਟੀ ਮੋਟੀ ਚੋਰੀਆਂ ਕਰਨ ਤੋਂ ਥੋੜ੍ਹਾ ਤੰਗ ਆ ਗਿਆ ਅਤੇ ਕਹਿੰਦਾ ਵੀ ਮੈਂ ਕੋਈ ਵੱਡੀ ਚੋਰੀ ਕਰਨਾ, ਉਸ ਤੋਂ ਬਾਅਦ ਫਿਰ ਕੁਛ ਦਿਨ ਆਰਾਮ ਕਰਾਂਗਾ। ਪਤਾ ਕੀਤਾ ਉਸਨੇ, ਕੋਈ ਫੰਕਸ਼ਨ ਸੀ, ਰਾਣੀ ਨੇ ਜੋ ਉਸ ਨਗਰ ਦੀ ਨਦੀ ਸੀ ਉਸ ਵਿੱਚ ਕੋਈ ਪੂਜਾ ਕਿਰਿਆ ਕਰਨ ਜਾਣਾ ਸੀ। ਉਹ ਜਾਣ ਲੱਗਿਆ ਉਸਨੇ ਤੈਅ ਕੀਤਾ ਵੀ ਰਾਣੀ ਦਾ ਹਾਰ ਚੁਰਾ ਲੈਣਾ। ਉਹਨੇ ਰਾਣੀ ਦਾ ਹਾਰ ਚੁਰਾ ਲਿਆ। ਪਿੱਛੇ ਪੁਲਿਸ ਵਾਲੇ ਭੱਜੇ, ਸਾਰੇ ਜਿਤਨੇ ਸਿਪਾਹੀ ਸਨ, ਰਾਜੇ ਦੇ ਅੰਗ ਰਕਸ਼ਕ ਸਨ, ਉਹ ਸਾਰੇ ਪਿੱਛੇ ਦੌੜੇ। ਉਸਦੇ ਨਹੀਂ ਪਕੜ ਵਿੱਚ ਆਇਆ, ਪਹਿਚਾਣਿਆ ਨਹੀਂ ਗਿਆ, ਮੂੰਹ ਢੱਕਿਆ ਸੀ। ਹੁਣ ਰਾਣੀ ਪਿੱਛੇ ਪੈ ਗਈ ਬਈ ਮੈਨੂੰ ਤੇ ਉਹੀ ਹਾਰ ਚਾਹੀਦਾ, ਜਿਵੇਂ ਮਰਜ਼ੀ ਲੱਭ ਕੇ ਲਿਆਓ। ਰਾਜੇ ਨੇ ਐਲਾਨ ਕਰ ਦਿੱਤਾ, ਇਨਾਮ ਦੀ ਘੋਸ਼ਣਾ ਕਰ ਦਿੱਤੀ। ਜਿਹੜਾ ਉਸ ਚੋਰ ਨੂੰ ਫੜ ਕੇ ਲਿਆਏ ਉਹਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਵੇਗਾ। ਹੁਣ ਸਿਪਾਹੀ ਹੋਰ ਜ਼ੋਰ ਸ਼ੋਰ ਨਾਲ ਲੱਗ ਗਏ ਉਹਨੂੰ ਫੜਨ ਵਾਸਤੇ। ਉਹ ਕਿਤੇ ਨਜ਼ਰ ਵੀ ਆ ਗਿਆ। ਉਹਦਾ ਪਿੱਛਾ ਕਰਦੇ ਕਰਦੇ ਅਚਾਨਕ ਚੋਰ ਅੱਗੇ ਅੱਗੇ, ਸਿਪਾਹੀ ਪਿੱਛੇ ਪਿੱਛੇ। ਕਿਤੇ ਨਗਰ ਦੇ ਬਾਹਰ ਇੱਕ ਮਹਾਂਪੁਰਸ਼ਾਂ ਦਾ ਸਤਸੰਗ ਹੋ ਰਿਹਾ ਸੀ, ਉਹਦੇ 'ਚੋਂ ਥੋੜ੍ਹੀ ਦੇਰ ਜਾ ਕੇ ਬਹਿ ਗਿਆ। ਪਰ ਸਿਪਾਹੀ ਫੇਰ ਆ ਗਏ ਤੇ ਉਹਨੂੰ ਉੱਠ ਕੇ ਭੱਜਣਾ ਪਿਆ। ਜਿਤਨੀ ਦੇਰ ਉਹ ਥੋੜ੍ਹੀ ਦੇਰ ਵਾਸਤੇ ਬੈਠਾ, ਉੱਥੇ ਜੋ ਕਥਾ ਚੱਲ ਰਹੀ ਸੀ ਉਹਦੇ 'ਚ ਇੱਕ ਪ੍ਰਸੰਗ ਆ ਰਿਹਾ ਸੀ ਵੀ ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ। ਇੰਨੀ ਕੁ ਗੱਲ ਉਹਨੇ ਸੁਣੀ। ਫਿਰ ਉਹਨੂੰ ਭੱਜਣਾ ਪਿਆ ਵੀ ਲੱਭ ਨਾ ਲੈਣ ਇੱਥੋਂ। ਉਹ ਚਲਾ ਗਿਆ, ਅੱਗੇ ਜਾ ਕੇ ਫੜਿਆ ਗਿਆ, ਕਿਉਂਕਿ ਸਾਰੇ ਪਾਸਿਓਂ ਨਾਕਾਬੰਦੀ ਉਹਦੀ ਕਰ ਲਈ ਗਈ ਸੀ। ਜਦੋਂ ਫੜਿਆ ਗਿਆ, ਜੇਲ੍ਹ ਵਿੱਚ ਉਹਨੂੰ ਲੈ ਕੇ ਕੁੱਟਿਆ, ਮਾਰਿਆ। ਪਰ ਚੋਰੀ ਦਾ ਇਹ ਨਿਯਮ ਹੀ ਲਿਖਿਆ ਵੀ ਮੰਨਣਾ ਹੀ ਨਹੀਂ ਪਹਿਲੋਂ ਕਿਸੇ ਤਰ੍ਹਾਂ ਵੀ। ਉਹਨੂੰ ਭੁੱਖਾ ਪਿਆਸਾ ਰੱਖਿਆ, ਲੇਕਿਨ ਉਹ ਨਾ ਮੰਨਿਆ। ਫਿਰ ਵਜ਼ੀਰ, ਉਹਦੀ ਇੱਕ ਬੇਟੀ ਸੀ ਬੜੀ ਸਿਆਣੀ, ਉਹ ਕਹਿੰਦੀ ਹੈ ਵੀ ਪਿਤਾ ਜੀ ਉਹ ਚੋਰ ਮੰਨ ਨਹੀਂ ਰਿਹਾ, ਮੈਂ ਉਹਨੂੰ ਮਨਾਉਂਦੀ ਹਾਂ। ਕਹਿੰਦੇ ਬੇਟਾ ਤੂੰ ਕਿਵੇਂ ਮਨਾਏਂਗੀ? ਕਹਿੰਦੇ ਸਾਡੇ ਦੇਸ਼ ਵਿੱਚ ਨਾ ਆਸਥਾ ਦਾ ਖੇਲ ਬੜਾ ਵਧੀਆ, ਉਹਦੇ ਵਿੱਚ ਲੋਕ ਧਾਰਮਿਕ ਤੌਰ ਤੇ ਬੜੀ ਜਲਦੀ ਟਰੈਪ ਹੁੰਦੇ ਨੇ। ਉਹ ਕਹਿੰਦੇ ਵੀ ਤੁਸੀਂ ਉਹਨੂੰ ਪਹਿਲਾਂ ਕੁੱਟ ਮਾਰ ਕੇ ਉਹਨੂੰ ਪਰੇਸ਼ਾਨ ਕੀਤਾ ਹੀ ਹੋਇਆ, ਉਹਨੂੰ ਹੋਰ ਇੱਕ ਵਕਤ ਪਾਣੀ ਰੋਟੀ ਕੁਛ ਨਹੀਂ ਦੇਣਾ, ਤੇ ਮੈਂ ਇੱਕ ਖਾਸ ਸਮੇਂ ਐਂਟਰੀ ਕਰਾਂਗੀ ਦੇਵੀ ਦਾ ਰੂਪ ਧਾਰ ਕੇ। ਹੁਣ ਉਹ ਪਰੇਸ਼ਾਨ ਹੋ ਗਿਆ, ਦੁਖੀ ਸੀ ਵਿਚਾਰਾ, ਪਰੇਸ਼ਾਨ ਸੀ। ਕਹਿੰਦਾ ਹੇ ਪ੍ਰਮਾਤਮਾ ਬਚਾ ਲੈ, ਪਰ ਤੇਰੇ ਤੋਂ ਇਲਾਵਾ ਕੋਈ ਨਹੀਂ ਹੈ, ਹੁਣ ਤੇ ਮਰ ਜਾਵਾਂਗਾ ਇਸੇ ਤਰ੍ਹਾਂ ਇਹਨਾਂ ਦੇ ਤਸੀਹੇ ਸਹਿ ਸਹਿ ਕੇ। बस उन्हें जब रब को याद किया वो प्रगट हो गई, कहती वत्स भगवान ने मुझे भेजा है तुझे मुक्त कराने के लिए। बड़ा खुश, अहो भाग देवी माँ, धन भाग मेरे भी तू प्रगट हो गई है, बचाने वास्ते मैनू आ गई है। कहते ठीक है वत्स बचा लांगे। हुण उन्हें इंतजाम तो सारे पहला तो ही सन। उन्हें कुछ इशारा किया तो सिपाहियों दीयां हथकड़ियाँ उन्होंने पिछों खोल लईयां। वो बड़ा हैरान भी लै भी बेड़ियाँ खुल गई, हथकड़ियाँ खुल गई, देवी माँ तो सचमुच ताकतवर है। वो चरनी ढह पिया तो चरनी ढह के कहता भी माँ हुण इत्थों जेल चों ते कढ़, सिपाही तो खड़े ही ने। कहते तू चिंता ना कर, बस हुणे तेरी हाथ फड़ के तेनों आपे उड़ा के लै जाना है। पर कहते वत्स ये ते दस भी हार कित्थे है? वो कहता माँ तेरे तो की छुपाना है, भी हार जिथे भी रखिया मैं तेनों दस ही देना, मेरी जान ही तू बचाई है, तू ही मेरे जीवन की रखवाली है। हुण जिस वेले उठिया चरना तो उठ के दसन ही वाला सी, उहदी नज़र पै गई मत्था टेकदियां जदों उहने देखिया पैरां वल भी देवी माँ दा ते परछावां है। और उस सत्संग दे विच सुनिया सी उहने भी देवतियां दा परछावां नहीं हुंदा। वो समझ गया भी मित्रा तैनूं फसाया जा रहा है, ये देवी कोई नहीं, कोई बंदी आई है। तो उहने ये सारा कौतक रचिया, उठ के खड़ा होकर कहन लगा देवी माँ चाहे अपने शस्त्रां नाल सिर ला दे, विहार मैं चुराया ही नहीं। उस बच्ची ने जाके वजीर नूं इंज दसता भी पिता जी वो चोर नहीं है, वो तो बेचारा सब कुछ करन तो बाद भी कहंदा भी नहीं मैं चोरी नहीं की। उहनूं छड्ड दिता। जिस वेले चोर नूं छड्डिया ना तो भज्या भज्या उत्थे गया जिस सत्संग दे विच जिन्हां महापुरुषां कोलों गल सुनी सी।
ਕਹਿੰਦੇ ਮਹਾਂਪੁਰਸ਼ੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੇ ਕਰਕੇ ਅੱਜ ਮੈਂ ਮਰਦਾ ਮਰਦਾ ਬਚਿਆ। ਜੇ ਤੁਸੀਂ ਉਹ ਗੱਲ ਮੈਨੂੰ ਨਾ ਸੁਣਾਉਂਦੇ, ਇੱਕ ਤੇ ਮੇਰੀ ਜਾਨ ਵੀ ਜਾ ਸਕਦੀ ਸੀ, ਹਾਰ ਤੇ ਚਲੋ ਗਿਆ ਹੀ ਸੀ, ਉਹ ਵੀ ਮੈਂ ਦੱਸ ਬੈਠਣਾ ਸੀ। ਉਹ ਕਹਿੰਦੇ ਬੇਟਾ ਕਹਾਣੀ ਕੀ ਹੈ, ਪੂਰੀ ਗੱਲ ਦੱਸ। ਕਹਿੰਦੇ ਵੀ ਮੈਂ ਪਿੱਛੇ ਭੱਜਦਾ ਭੱਜਦਾ ਤੁਹਾਡੇ ਸਤਸੰਗ 'ਚ ਆ ਬੈਠਾ ਸਾਂ, ਬਸ ਥੋੜ੍ਹੀ ਕੁ ਦੇਰ ਬੈਠਾ, ਇੱਕੋ ਲਾਈਨ ਸੁਣੀ ਸੀ ਕਿ ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ, ਤੇ ਉਹ ਗਿਆਨ ਮੇਰੀ ਸਮਝ 'ਚ ਆ ਗਿਆ, ਇਹਨੇ ਇਤਨਾ ਕੰਮ ਕੀਤਾ, ਬਚ ਗਿਆ ਅੱਜ। ਉਹ ਮੁਸਕਰਾ ਕੇ ਕਹਿਣ ਲੱਗੇ ਬੇਟਾ ਇੱਕ ਗੱਲ ਸੁਣੀ ਹੈ ਤੇ ਤੇਰੀ ਜਾਨ ਬਚ ਗਈ। ਥੋੜੀ ਜੀ ਦੇਰ ਸਤਸੰਗ ਕੀਤਾ ਹੈ ਤੇ ਤੇਰਾ ਜੀਵਨ ਬਚ ਗਿਆ। ਤੂੰ ਸੋਚ, ਜੇ ਰੋਜ਼ਾਨਾ ਸਤਸੰਗ ਕਰੇ, ਗਿਆਨ ਦੀਆਂ ਗੱਲਾਂ ਸੁਣੇ, ਆਪਣੇ ਜੀਵਨ 'ਚ ਅਪਣਾਏ, ਤੇ ਕਿੱਥੇ ਪਹੁੰਚ ਸਕਦਾ। ਸਿਰਫ ਇਹ ਜੀਵਨ ਨਹੀਂ, ਪਰਲੋਕ ਵਿੱਚ ਆਤਮਿਕ ਜੀਵਨ ਵੀ ਬਹੁਤ ਉੱਚਾ ਹੋ ਸਕਦਾ ਹੈ ਜੇਕਰ ਤੂੰ ਰੋਜ਼ਾਨਾ ਗਿਆਨ ਨੂੰ ਅਪਣਾਵੇਂ। ਉਹਦੀਆਂ ਅੱਖਾਂ ਖੁੱਲ੍ਹ ਗਈਆਂ, ਸਮਝ ਗਿਆ ਕਿ ਜੋ ਕਹਿਣਾ ਚਾਹ ਰਹੇ ਨੇ ਜੀਵਨ ਵਿੱਚ ਬੜਾ ਵੱਡਾ ਰਾਜ਼ ਹੈ, ਹਕੀਕਤ ਬਹੁਤ ਵੱਡੀ ਹੈ। ਇਸ ਲਈ ਜਦੋਂ ਜ਼ਿੰਦਗੀ ਸਾਡੀ ਸ਼ੁਰੂ ਵੀ ਹੁੰਦੀ ਹੈ ਨਾ, ਉਸ ਵਕਤ ਵੀ ਅਸੀਂ ਸਾਰਾ ਕੁਝ ਸੁਣਦੇ ਹੀ ਤੇ ਹਾਂ। ਇੱਕ ਬੱਚਾ ਜਦੋਂ ਤੱਕ ਬੋਲਣਾ ਨਹੀਂ ਜਾਣਦਾ, ਸਿਰਫ ਸੁਣ ਸਕਦਾ ਹੈ। ਇਸੇ ਨੂੰ ਬਾਲ ਅਵਸਥਾ ਕਹਿੰਦੇ ਨੇ। ਤੇ ਜਿਤਨਾ ਉਹ ਸੁਣ ਲੈਂਦਾ ਹੈ, ਉਸ ਤੋਂ ਬਾਅਦ ਫਿਰ ਉਹ ਉਤਨਾ ਹੀ ਬੋਲਣਾ ਸ਼ੁਰੂ ਕਰਦਾ ਹੈ। ਤੇ ਬੰਦੇ ਦੀ ਸਮੱਸਿਆ ਫਿਰ ਇਹ ਹੈ ਕਿ ਪਹਿਲਾਂ ਤੇ ਬੱਚੇ ਨੂੰ ਬੋਲਣਾ ਆਪ ਹੀ ਸਿਖਾਇਆ ਜਾਂਦਾ ਹੈ, ਫਿਰ ਆਪ ਹੀ ਉਹਨੂੰ ਚੁੱਪ ਕਰਨਾ ਸਿਖਾਉਂਦੇ ਆ। ਪਹਿਲਾਂ ਉਂਗਲ ਫੜ ਕੇ ਤੋਰਨਾ ਸਿਖਾਉਂਦੇ ਆ, ਫਿਰ ਉਸ ਨੂੰ ਜਦੋਂ ਭੱਜਣ ਲੱਗ ਜਾਂਦਾ, ਘਰ ਦੇ ਵਿੱਚ ਹੀ ਦੌੜਦਾ ਫਿਰਦਾ, ਸਮਾਨ ਇੱਧਰ ਉੱਧਰ ਸੁੱਟਦਾ, ਫਿਰ ਉਹਨੂੰ ਟਿਕ ਕੇ ਬੈਠਣਾ ਸਿਖਾਉਂਦੇ ਆ। ਬੰਦੇ ਦੇ ਗਿਆਨ ਦੀ ਟੈਕਨੀਕ ਦਾ ਕੋਈ ਇੱਕ ਸਿਰ ਪੈਰ ਨਹੀਂ ਹੈ। ਜਿਹੜੀ ਚੀਜ਼ ਖੁਦ ਸਿਖਾ ਰਿਹਾ ਉਸੇ ਚੀਜ਼ ਨੂੰ ਆਪਣੇ ਆਪ ਹੀ ਕੈਂਸਲ ਵੀ ਕਰਦਾ ਹੈ। ਪਹਿਲੋਂ ਬੱਚੇ ਨੂੰ ਬੋਲਣਾ ਸਿਖਾਇਆ, ਹੁਣ ਕਹਿੰਦੇ ਚੁੱਪ ਰਹਿ, ਉਹਦੇ ਮੂੰਹ ਤੇ ਉਂਗਲ ਰੱਖ ਰੱਖ ਕੇ ਉਹਨੂੰ। ਤੇ ਜੇ ਤੁਰਨਾ ਸਿਖਾਇਆ, ਜਦੋਂ ਭੱਜਦਾ ਤੇ ਫਿਰ ਉਹਨੂੰ ਬਾਂਹ ਫੜ ਫੜ ਕੇ ਬਿਠਾਉਂਦੇ ਨੇ। ਮਨੁੱਖ ਦੇ ਗਿਆਨ ਵਿੱਚ ਬਹੁਤ ਵਾਰ ਇਸ ਤਰ੍ਹਾਂ ਦੇ ਖਾਮੀਆਂ ਭਰੇ ਸਿਧਾਂਤ ਆਉਂਦੇ ਨੇ। ਇਸ ਲਈ ਇਨਸਾਨ ਦਾ ਗਿਆਨ ਓਨਾ ਕਾਰਗਰ ਨਹੀਂ ਜਿੰਨਾ ਗੁਰੂ ਦਾ ਗਿਆਨ। ਤੇ ਉਹ ਗੁਰੂ ਦਾ ਗਿਆਨ ਸਾਨੂੰ ਤਾਂ ਮਿਲੇਗਾ ਜੇ ਅਸੀਂ ਸੁਣਾਂਗੇ। ਫਿਰ ਉਹਨਾਂ ਮਹਾਂਪੁਰਸ਼ਾਂ ਨੇ ਉਹ ਚੋਰ ਨੂੰ ਕਿਹਾ, ਕਹਿੰਦੇ ਬੇਟਾ ਦੇਖ, ਇੱਕ ਗਿਆਨ ਦੀ ਗੱਲ ਸੁਣੀ, ਤੇਰਾ ਜੀਵਨ ਬਚ ਗਿਆ, ਚੱਲ ਇਹ ਹਾਰ ਵਾਪਸ ਕਰਕੇ ਆ, ਸਾਡੀ ਜ਼ਿੰਮੇਵਾਰੀ ਹੈ। ਅਗਰ ਸਾਡੀ ਇੱਕ ਗੱਲ ਸੁਣਨ ਪਿੱਛੇ ਬਚਿਆ ਤੇ ਬਾਕੀ ਵੀ ਅਸੀਂ ਬਚਾ ਲੈਣਾ। ਤੇ ਉਹਨੂੰ ਵਾਪਸ ਕਰਕੇ ਆਇਆ, ਮਹਾਂਪੁਰਸ਼ਾਂ ਦੇ ਕਹਿਣ ਤੇ ਉਹਨੂੰ ਛੱਡ ਵੀ ਦਿੱਤਾ। ਤੇ ਸਪਸ਼ਟ ਸਿਧਾਂਤ ਵਿੱਚ ਉਹੀ ਫਿਰ ਜਿਹੜਾ ਚੋਰੀਆਂ ਕਰਦਾ ਸੀ, ਬਹੁਤ ਮਹਾਨ ਸਾਧੂ ਸੰਤਾਂ ਦੀ ਗਿਣਤੀ ਵਿੱਚ ਗਿਣਿਆ ਜਾਣ ਲੱਗ ਗਿਆ। ਕਿਉਂਕਿ ਗਿਆਨ ਦੀ ਸਾਧਨਾ ਜਦੋਂ ਕੋਈ ਸਮਝ ਲਵੇ, ਕਿਉਂ ਕੱਲਾ ਸੁਣਨ ਦਾ ਗਿਆਨ ਨਹੀਂ ਹੈ, ਗਿਆਨ ਅਪਣਾਉਣ ਵਾਲੀ ਚੀਜ਼ ਹੈ। ਗਿਆਨ ਕੇਵਲ ਪੜ੍ਹ ਕੇ ਜਾਂ ਸੁਣ ਕੇ ਨਹੀਂ ਆਉਂਦਾ। ਜੇ ਇਨਸਾਨ ਸੋਚੇ ਵੀ ਪੜ੍ਹ ਲਾਂਗੇ, ਸੁਣ ਲਾਂਗੇ, ਨਹੀਂ, ਜਦੋਂ ਤੱਕ ਅਪਣਾਇਆ ਨਹੀਂ ਜਾਂਦਾ ਉਦੋਂ ਤੱਕ ਗਿਆਨ ਮਹਿਜ਼ ਫਿਰ ਕਾਗਜ਼ੀ ਲਕੀਰ ਰਹਿ ਜਾਂਦੀ ਹੈ। ਜਦ ਅਪਣਾਇਆ ਜਾਂਦਾ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਹਾਂ, ਇਸ ਗਿਆਨ ਦੀ ਕੀਮਤ ਕੀ ਹੈ। ਇਸ ਲਈ ਸਤਿਗੁਰ ਪਾਤਸ਼ਾਹ ਜੀ ਨੇ ਫਰਮਾਇਆ, ਕਹਿੰਦੇ ਬਾਵਰੇ ਤੈਂ ਗਿਆਨ ਵਿਚਾਰ ਨ ਪਾਇਆ, ਬਿਰਥਾ ਜਨਮ ਗਵਾਇਆ। ਹੈ ਇਨਸਾਨ, ਤੇਰਾ ਜੀਵਨ ਵਿਅਰਥ ਬੀਤ ਰਿਹਾ, ਤੂੰ ਗਿਆਨ ਦੀ ਵਿਚਾਰ ਪ੍ਰਾਪਤ ਨਹੀਂ ਕੀਤੀ। ਤੇਰਾ ਜੀਵਨ ਇੱਥੋਂ ਤੱਕ ਆ ਗਿਆ, ਥਾਕੇ ਨੈਣ ਸਰਵਨ ਸੁਨ ਥਾਕੇ, ਥਾਕੀ ਸੁੰਦਰ ਕਾਇਆ। ਤੇਰੀਆਂ ਅੱਖਾਂ ਥੱਕ ਗਈਆਂ ਸੰਸਾਰ ਦੇ ਰੰਗ ਰੰਗ ਵੇਖਦਿਆਂ, ਤੇਰੇ ਕੰਨ ਥੱਕ ਗਏ ਸੰਸਾਰ ਦੇ ਬੋਲ ਔਰ ਗੀਤ ਨਾਦ ਸੁਣਦੇ ਹੋਏ। ਹੁਣ ਇਹ ਜੋ ਸਰੀਰ ਹੈ ਇਹ ਵੀ ਥੱਕਣ ਦੇ ਉੱਤੇ ਆ ਗਿਆ। ਇਹ ਜੋ ਕਾਇਆ ਹੈ ਇਹ ਵੀ ਥੱਕ ਗਈ ਹੈ। ਤੇ ਜਦੋਂ ਸਰੀਰ ਥੱਕ ਜਾਏ, ਕਾਇਆ ਥੱਕ ਜਾਵੇ, ਫਿਰ ਇਨਸਾਨ ਨੂੰ ਉਸ ਵਕਤ ਗੁਰੂ ਦੀ ਬਖਸ਼ਿਸ਼, ਗੁਰੂ ਦਾ ਆਸ਼ੀਰਵਾਦ, ਉਹ ਰਹਿਮਤ ਚਾਹੀਦੀ ਹੈ। ਜਦੋਂ ਕੋਈ ਵੀ ਇਨਸਾਨ ਥੱਕਿਆ ਹੋਵੇ ਨਾ, ਤੇ ਸ਼ਾਮ ਨੂੰ ਅਗਰ ਮਾਂ ਜਾਂ ਪਿਤਾ ਪਿੱਠ ਤੇ ਇੱਕ ਥਾਪੜਾ ਦੇ ਦੇਣ, ਕੋਈ ਨਹੀਂ ਬੇਟਾ ਮਿਹਨਤ ਕਰ ਰਹੇ ਹਾਂ, ਅੱਜ ਕੱਲ ਨੂੰ ਇਹ ਮਿਹਨਤ ਰੰਗ ਲਿਆਏਗੀ, ਤੇ ਪਿਓ ਦਾ ਦਿੱਤਾ ਇੱਕ ਥਾਪੜਾ ਸਾਰੀ ਥਕਾਵਟ ਉਤਾਰ ਦਿੰਦਾ ਹੈ। ਮਾਂ ਦਾ ਇੱਕ ਆਸ਼ੀਰਵਾਦ ਕਿ ਕੋਈ ਗੱਲ ਨਹੀਂ ਬੇਟਾ, ਅੱਜ ਥੱਕ ਗਿਆ ਨਾ,
मैं तेरे लिए हुणे रोटी तैयार करदी हाँ। वो माँ के हथ की बनी एक बुरकी वो थकावट ला देंदी है। तो वेखो असी अगर जिंदगी च महसूस कर लीए ना भी थक गए हैं, तो तुसी भी गुरुदेव माता गुरुदेव पिता, गुरु पिता का एक थापड़ा, गुरु रूपी मां का एक आशीर्वाद भरिया भोजन वो असी हासिल कर लीए तो जिंदगी च हर पक्ष तरो ताजगी नाल और एक नवी एनर्जी नाल भर सकता है। जिंदगी साडे अपने ही फैसलियां दे उत्ते रहेगी, पर निर्धारित गुरु ने करनी है। जो असी चाहते हैं होवेगा उही, पर उस विच गुरु की रहमत जरूरी है। जदों ये शरीर थक जाता है तो एक थकना काम करके, एक थकना बुढ़ापे का, तो इन्हां दोनों अवस्थावां नूं समझना है। जिस वेले तक इंसान के जीवन विच बुढ़ापा नहीं आया, महाराज ने एक बचन किया, जब लग जरा रोग नहीं आया, जब लग काल ग्रसी नहीं काया, जब लग बिकल भई नहीं बानी, भजले रे मन सारंग पानी। कहते जदों तक तेरे ते बुढ़ापा ना आवे, जदों तक मौत ना आवे, जदों तक तेरी आवाज़ विच दम है, बोल सकना है, उस वक्त तक तू उस परमात्मा नूं चेते कर, उस रब नूं याद कर। क्योंकि तेरे जीवन विच इस संसार दे विच आउण दा मकसद ही होना चाहिए है, वो चीज़ भुलनी नहीं चाहिए। टारगेट नूं भुल जाना एक सियाणे इंसान की निशानी नहीं। नहीं तो फिर कबीर साहब के बचन सारिਆਂ ਲਈ सार्थक रहणगे, बावरे तैं ज्ञान विचार ना पाया। सब कुछ पता हुंदियां भी अपना मकसद भुल जाए इंसान, तो सियाणा नहीं है, समझदार नहीं है। इसलिए सतगुर पातशाह जी जो सिद्धांत फरमा रहे ने, वो सिद्धांतक गल है ही इस प्रकार की कि असी अपने जीवन के मकसद नूं समझीए, असी अपने जीवन के मकसद नूं जाणीए। अंदर दी खुशी लैण वास्ते, जिन्हों आत्मक खुशी कहते हैं, भी एक तो आ ना संसार के लोग थोड़ी देर किसी कॉमेडियन के सामने बैठे, दो चुटकुले सुने और हस के बंदा कहता भी लो जी आनंद आ गया। तो चुटकुलियां दे उत्ते हसना वो अंदर दी खुशी नहीं है, वो कोई आत्मक आनंद नहीं। ये आनंद आवेगा भी किवें? किसी का मजाक उड़ रहा और बंदा हस रहा होवे, वो आत्मक खुशी नहीं हो सकती, ना वो मन की खुशी है। वो तो चंद मिनट वास्ते एक मजाकिया हसी है, उन्होंने पागलपन की हसी कहते हैं। भंडगिरी है पर चल रही है अजकल TRP इहो जिहां दी, क्योंकि संसार नूं अजकल झूठ नाल बड़ा नेड़ता का संबंध बनता जा रहा, जिस कारण करके हासा भी झूठा ही आ रहा। तो इहो जे हासियां विच वो आत्मक आनंद नहीं मिल सकता। ताइयों महाराज नूं यह कहना पिया, कहंदे आनंद आनंद सब को कहे, आनंद गुरु ते जाणिया। असी जो अंदर की खुशी लैंदे आ ना, वो इक्को चीज़ नाल मिल सकती है, जिस दिन तुसी अपने लिए कुछ करते हो अंदरों खुश रहोगे। हुण ये सोचो भी अपने लिए की कर रहे हैं। सारी दुनिया कामकार करती है, मेहनत करती है, पर वो इस वास्ते भी चलो परिवार लई, बच्चों लई या होर किसी दे लई, कोई माँ प्यो लई, आही रिश्ते नाते ने सारे। पर जिस दिन अपने लिए कुछ करते हैं उस दिन लगता है हाँ अज मैं अपने लिए कुछ किया है। उस दिन अंतर आत्मा और मन दोनों प्रसन्न होंदे ने। वो जिहड़ी अंदर की प्रसन्नता, असल हासा उही है, असल आनंद भी उही है। आपां सारे गुरु तेग बहादुर साहब के चरणों च बैठे हाँ, रोज़ हाज़रियां भरन वाले हाँ। आ जिहड़ा काम है सत्संगत करना, गुरु की कीर्ति सुनना, गुरु दियां विचारां या वडियाई सुनना, नाम दी बाणी दी परमात्मा दी गल सुनना, ये आत्मक आनंद दिंदा है। यही अपने लिए कर रहे हैं। एक वो घड़ियां ने जो परमात्मा ने उस लेखे विच लिखणियां ने जिथे असी अपने लिए कुछ कीता। बाकी तो अपने आप सब कुछ हो जाना है। घर परिवार की चिंता जब आ ही गए हैं गुरु चरणों के विच, ते गुरु ने बाकी चीज़ां ते घर परिवार बिजनेस कारोबार वो तो आपे सवार देना है ना। मनुख ने बस अपने जीवन नूं सवारना है। और जिसने इस मकसद नूं समझ लिया
ਉਹੀ ਅਸਲ ਵਿੱਚ ਗਿਆਨਵਾਨ ਹੈ। ਬਾਕੀ ਤੇ ਸਾਰਿਆਂ ਲਈ ਕਬੀਰ ਸਾਹਿਬ ਨੇ ਕਿਹਾ ਹੀ ਹੈ, ਜੋ ਸ਼ਬਦ ਭਾਈ ਸਾਹਿਬ ਗਾਇਨ ਕਰ ਰਹੇ ਸਨ, ਬਾਵਰੇ ਤੈਂ ਗਿਆਨ ਵਿਚਾਰ ਨਾ ਪਾਇਆ। ਜਦੋਂ ਇਨਸਾਨ ਮਕਸਦ ਸਮਝ ਲਵੇ, ਟਾਰਗੇਟ ਪਤਾ ਲੱਗ ਜਾਏ, ਮੰਜ਼ਿਲ ਦਾ ਪਤਾ ਲੱਗ ਜਾਏ ਵੀ ਕਿਸ ਮੰਜ਼ਿਲ ਤੱਕ ਪਹੁੰਚਣਾ ਹੈ, ਇਸ ਲਈ ਆਪਣੇ ਲਈ ਜੋ ਵੀ ਕੀਤਾ ਜਾਵੇ ਆਪਣੀ ਅੰਤਰ ਆਤਮਾ ਦੇ ਲਈ, ਕਿਉਂਕਿ ਸਰੀਰ ਲਈ ਕਰਦੇ ਆ ਤੇ ਘੱਟੋ ਘੱਟ ਦਿਨ 'ਚ 2 ਵਾਰੀ ਤੇ ਖਾਂਦੇ ਹੀ ਆ, 10-15 ਵਾਰੀ ਪਾਣੀ ਪੀਂਦੇ ਆ। ਮਨ ਲਈ ਕਰਦੇ ਆ ਤੇ ਥੋੜਾ ਬਹੁਤ ਮਨੋਰੰਜਨ ਹੋ ਗਿਆ, ਗੀਤ ਨਾਦ ਕਵਿਤ ਗਾਣੇ ਜਾਂ ਫਿਲਮਾਂ ਆਦਿਕ, ਉਹ ਸਭ ਕੁਝ ਵੀ ਇਨਸਾਨ ਕਰ ਲੈਂਦਾ, ਉਹ ਮਨ ਦੇ ਲਈ ਹੈ। ਆਤਮਾ ਲਈ ਇੱਥੇ ਬੈਠ ਕੇ ਜੋ ਕਰ ਰਹੇ ਹਾਂ ਇਹ ਅੰਤਰ ਆਤਮਾ ਵਾਸਤੇ ਹੈ, ਇਹ ਸਰੀਰ ਜਾਂ ਮਨ ਲਈ ਨਹੀਂ ਹੈ, ਕਿਉਂਕਿ ਮਨ ਲਈ ਮਨੋਰੰਜਨ ਹੁੰਦਾ ਹੈ ਤੇ ਇੱਥੇ ਮਨੋਰੰਜਨ ਨਹੀਂ, ਇੱਥੇ ਆਤਮਿਕ ਖੁਰਾਕ ਹੈ। ਔਰ ਇਸੇ ਲਈ ਮਹਾਰਾਜ ਨੇ ਕਿਹਾ ਹੈ ਵੀ ਕਲਯੁਗ ਦੇ ਵਿੱਚ ਕੇਵਲ ਪ੍ਰਮਾਤਮਾ ਦੇ ਨਾਮ ਦੀ ਕੀਰਤੀ ਇਹੀ ਸਰਵੋਤਮ ਕਰਮ ਹੈ। ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਨ। ਇਹ ਮਹਾਰਾਜ ਨੇ ਕਿਹਾ ਹਰ ਯੁੱਗ ਵਿੱਚ ਅਲੱਗ-ਅਲੱਗ ਚੀਜ਼ ਚੱਲੀ ਹੈ, ਪਰ ਸਤਿਗੁਰ ਪਾਤਸ਼ਾਹ ਜੀ ਨੇ ਕਿਹਾ ਕਿ ਸਤਜੁਗ ਸਤ ਤੇਤਾ ਜਗੀ, ਦੁਆਪਰ ਪੂਜਾ ਚਾਰ, तीनों जुग तीनों दिड़े, कल केवल नाम आधार। कल युग ਵਿੱਚ ਕੇਵਲ ਨਾਮ ਦਾ ਆਸਰਾ ਹੈ, ਤੇ ਜੇ ਅਸੀਂ ਨਾਮ ਦੇ ਨਾਲ, ਬਾਣੀ ਦੇ ਨਾਲ, ਗੁਰੂ ਦੇ ਨਾਲ, ਸਤਿਗੁਰੂ ਦੀ ਰਹਿਮਤ ਨਾਲ ਜੁੜਦੇ ਹਾਂ, ਇਹ ਸਾਡਾ ਆਤਮਿਕ ਕਰਮ ਹੈ। ਔਰ ਆਤਮਿਕ ਕਰਨ ਵਾਲਾ ਹੀ ਅਸਲ ਵਿੱਚ ਸੱਚਿਆਰ ਹੈ। ਉਹਨੇ ਆਪਣੇ ਟਾਰਗੇਟ ਔਰ ਮਕਸਦ ਨੂੰ ਸਮਝ ਲਿਆ, ਉਹੀ ਇਨਸਾਨ ਗਿਆਨਵਾਨ ਹੈ ਜੋ ਆਪਣੀ ਅੰਤਰਾਤਮਾ ਦੇ ਲਈ ਕੁਝ ਨਾ ਕੁਝ ਜੀਵਨ ਵਿੱਚ ਕਰਨ ਦਾ ਉਪਰਾਲਾ ਕਰਦਾ ਹੈ। ਸੋ ਗੁਰੂ ਸਾਹਿਬ ਰਹਿਮਤ ਕਰਨ, ਅਸੀਂ ਸਾਰੇ ਗੁਰੂ ਸਾਹਿਬ ਦੀ ਰਹਿਮਤ ਪ੍ਰਾਪਤ ਕਰਨ ਵਾਸਤੇ ਇਸੇ ਤਰ੍ਹਾਂ ਨਿਤਾ ਪ੍ਰਤੀ ਗੁਰੂ ਚਰਨਾਂ ਦਾ ਓਟ ਆਸਰਾ ਲਈਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲ ਚੁੱਕ ਦੀ ਖਿਮਾ, ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾ